नानक मेट न सकै कोई। जिस पत रखै सच्चा साहिब, नानक मेट न सकै कोई। जब लो नहीं भाग लिलार उदय, तब लो प्रम ते फिर ते बहुतायो। कल घोर समुंदर में बूढ़त थे, कबहू मिट है नहीं रे पछतायो। तात विचार यह मथुरा, जग तारन को अवतार बनायो। जपियो जिन अर्जन देव गुरु, फिर संकट जोन गर्भ न आयो। जपियो जिन अर्जुन देव गुरु, फिर संकट जोन गर्भ न आयो। तरन गगन नवखंड में, जोत स्वरूपी रह्यो पर। भन मथुरा कछ भेद नहीं, गुरु अर्जुन परतख हर। भन मथुरा कछ भेद नहीं, गुरु अर्जुन परतख हर। तेरे कवन कवन गुण कह गावा, तू साहिब गुणी निधाना। तुमरी महिमा बरन न सकूं, तू ठाकुर ऊच भगवाना। तुमरी महिमा बरन न सकूं, तू ठाकुर ऊच भगवाना। जुगो जुग अटल सतगुरु गुरगद्दी ते सुभाईमान दसां पातशाहियां दी जोत, गरीब नवाज सतगुरु भगत वत्सल पतित पावन करुणा निधान उपमा महान सतगुरु साहिब श्री गुरु ग्रंथ साहिब जी महाराज जी दी पावन पवित्र मुबारक अमृतमयी हजूरी विखे चरण शरण विखे जुड़ बैठी। सन्मान सत्कारयोग गुरु रूप साध संगत, सतगुरु जी ने बेअंत बेअंत रहमतां और बख्शिशां वरताईयां हन। सानू अपनी पावन पवित्र सुभागी अमृतमयी हजूरी दी दात, चरण शरण दी दात, गोद दी दात बख्शी और गुरु की गोद का आनंद माणदे होए गुरु घर दे सन्मान सत्कार योग कीर्तनियां पासों इलाही पावन बाणी तुर की साची अमृतमयी बाणी दे शब्द कीर्तन प्यार और सत्कार सहित आप जी ने श्रवण कीते हन। गुरु साहब वालों बख्शिश कीतियां होइयां इन्हां घड़ियां नूं सुभागे पलां नूं सुभागे समय नूं आप जी ने सफल बनाया है।
ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਭਗਤ ਕਬੀਰ ਸਾਹਿਬ ਜੀ ਤਿੰਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਆਓ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਅਦਬ ਸਹਿਤ ਸਤਿਕਾਰ ਸਹਿਤ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ। ਗੁਰਬਾਣੀ ਤੋਂ ਅਸੀਂ ਜਿਉਣਾ ਸਿੱਖਦੇ ਹਾਂ ਔਰ ਸਿੱਖ ਨੇ ਗੁਰਬਾਣੀ ਮੁਤਾਬਕ ਜਿਉਣਾ ਹੈ। ਵੈਸੇ ਤੇ ਇਹ ਬਾਣੀ ਕੇਵਲ ਸਿੱਖ ਦੇ ਲਈ ਨਹੀਂ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਬਾਣੀ ਦਾ ਜੋ ਉਪਦੇਸ਼ ਹੈ, ਗਿਆਨ ਹੈ, ਇਹ ਸਾਰੀ ਮਨੁੱਖਤਾ ਦੇ ਲਈ ਹੈ, ਸੰਸਾਰ ਦੇ ਹਰ ਪ੍ਰਾਣੀ ਮਾਤਰ ਦੇ ਲਈ ਹੈ। ਹੁਣ ਦੂਜਾ ਕੋਈ ਪੜ੍ਹੇ ਸੁਣੇ ਵਿਚਾਰੇ ਸਮਝੇ ਨਾ ਸਮਝੇ ਉਹ ਇੱਕ ਵੱਖਰੀ ਗੱਲ ਹੈ, ਪਰ ਸਿੱਖ ਹੋਣ ਦੇ ਨਾਤੇ ਸਾਡਾ ਸਭ ਦਾ ਇਹ ਫਰਜ਼ ਜ਼ਰੂਰ ਬਣਦਾ ਹੈ ਅਸੀਂ ਗੁਰਬਾਣੀ ਦੇ ਨਾਲ ਜੁੜੀਏ। ਗੁਰਬਾਣੀ ਸਾਡੇ ਲਈ ਅਧਿਆਤਮਕ ਮੰਡਲ ਦੀਆਂ ਪੌੜੀਆਂ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਜੀਵਨ ਦੇ ਉਸ ਸਿਖਰ 'ਤੇ ਉਸ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ ਜੋ ਇਸ ਮਨੁੱਖਾ ਜੀਵਨ ਦੀ ਮੰਜ਼ਿਲ ਹੈ। ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਉਸ ਮੰਜ਼ਿਲ ਤੱਕ ਆਪਾਂ ਪਹੁੰਚ ਸਕਦੇ ਹਾਂ। ਇਸੇ ਕਰਕੇ ਗੁਰੂ ਰਾਮਦਾਸ ਸਾਹਿਬ ਨੇ ਬਹੁਤ ਸਰਲ ਸ਼ਬਦਾਂ 'ਚ ਇਹ ਵਿਚਾਰ ਸਾਡੀ ਝੋਲੀ 'ਚ ਪਾਈ ਹੈ ਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭਗਤ ਕਬੀਰ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ 77 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲੀਆਂ ਦੀਵਾਨਾਂ 'ਚ ਸ਼ਰਵਣ ਕੀਤੀ ਹੈ। ਇਸ ਤੋਂ ਅਗਲੇਰੇ ਬਚਨਾਂ ਦੀ ਵਿਚਾਰ ਦੀ ਸਾਂਝ ਆਪਾਂ ਅੱਜ ਪਾਵਾਂਗੇ। ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਉੱਥੇ ਕਬੀਰ ਸਾਹਿਬ ਜੀ ਨੇ ਪਾਰਸ ਅਤੇ ਚੰਦਨ ਦੀ ਗੱਲ ਕੀਤੀ ਕਿ ਇਹਨਾਂ ਦੀਆਂ ਖੂਬੀਆਂ ਹਨ। ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਸੁਗੰਧੀ ਹੈ ਚੰਦਨ ਦੇ ਕੋਲ ਅਤੇ ਉਹ ਸੁਗੰਧੀ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਦਾ ਹੈ, ਵੰਡਦਾ ਹੈ। ਇਹ ਦੋ ਗੁਣ ਫਿਰ ਇੱਦਾਂ ਉਹਦੇ 'ਚ ਹੋਏ, ਇੱਕ ਤਾਂ ਸੁਗੰਧੀ ਦਾ ਗੁਣ, ਇੱਕ ਵੰਡਣ ਦਾ ਗੁਣ। ਕਿਉਂਕਿ ਵੰਡਣ ਦੇ ਲਈ ਵੀ ਜਿਗਰਾ ਚਾਹੀਦਾ ਹੈ, ਹਿੰਮਤ ਚਾਹੀਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਿੱਧਾਂ ਜੋਗੀਆਂ ਨੂੰ ਮਿਲੇ, ਮਹਾਰਾਜ ਨੇ ਜਿਹੜੇ ਮੁੱਢਲੇ ਉਪਦੇਸ਼ ਸਨ, ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ, ਇਹ ਉਪਦੇਸ਼ ਜਦੋਂ ਉਹਨਾਂ ਨੂੰ ਦ੍ਰਿੜ ਕਰਵਾਏ, ਉਹ ਕਹਿਣ ਲੱਗੇ ਜੀ ਕਿਰਤ ਕਰੋ ਨਾਮ ਜਪੋ ਤਾਂ ਠੀਕ ਹੈ, ਪਰ ਜਿਹੜੀ ਗੱਲ ਤੁਸੀਂ ਵੰਡ ਕੇ ਛਕੋ ਦੀ ਕਰਦੇ ਹੋ, ਵੰਡ ਤਾਂ ਉਹੀ ਮਨੁੱਖ ਸਕਦਾ ਹੈ ਜਿਹਦੇ ਕੋਲ ਵੰਡਣ ਜੋਗਾ ਹੋਵੇ, ਅਤੇ ਜਿਹਦੇ ਕੋਲ ਵੰਡਣ ਜੋਗਾ ਹੀ ਨਾ ਹੋਵੇ, ਆਪਣਾ ਹੀ ਗੁਜ਼ਾਰਾ ਮਸਾਂ ਚੱਲੇ, ਅਤੇ ਉਹ ਬੰਦਾ ਕਿੱਦਾਂ ਵੰਡੇਗਾ? ਇਹਦਾ ਮਤਲਬ ਉਹ ਵੰਡ ਨਹੀਂ ਸਕਦਾ, ਅਤੇ ਜੇ ਵੰਡ ਨਹੀਂ ਸਕਦਾ ਤਾਂ ਫਿਰ ਤੁਹਾਡੇ 'ਤੇ ਉਪਦੇਸ਼ ਨੂੰ ਨਹੀਂ ਕਮਾ ਸਕਦਾ। ਇੱਦਾਂ ਕੋਈ ਹੋ ਸਕਦਾ ਤੁਹਾਡਾ ਸਿੱਖ ਹੋਵੇ, ਉਹਦੇ ਅੰਦਰ ਵੰਡਣ ਦੀ ਸਮਰੱਥਾ ਨਾ ਹੋਵੇ, ਫਿਰ ਦੱਸੋ ਉਹ ਤੁਹਾਡੇ ਉਪਦੇਸ਼ ਨੂੰ ਕਿੱਦਾਂ ਕਮਾਏਗਾ? ਔਰ ਗੁਰੂ ਨਾਨਕ ਬਾਬਾ ਜੀ, ਉਹਨਾਂ ਦਾ ਸਮਝਾਉਣ ਦਾ ਤਰੀਕਾ ਗੁਰੂ ਨਾਨਕ ਮਹਾਰਾਜ ਜੀ ਦਾ ਬੜਾ ਕਮਾਲ ਦਾ ਤਰੀਕਾ ਸੀ। ਬੜੇ ਪਿਆਰ ਦੇ ਨਾਲ ਉਹ ਸਮਝਾਉਂਦੇ ਸਨ, ਅੜੀ ਕੋਈ ਨਹੀਂ ਕਰਦੇ ਸਨ। ਅੱਜ ਵੇਖੋ ਸਾਡੇ ਸਿੱਖ ਸਮਾਜ ਅੰਦਰ ਹੀ ਜੇ ਆਪਾਂ ਇੱਦਾਂ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਵਾਲਾ ਦੂਜਿਆਂ ਨੂੰ ਸਮਝਾਉਣ ਦਾ ਤਰੀਕਾ
ਅਸੀਂ ਬਹੁਤ ਹੱਦ ਤੱਕ ਛੱਡ ਚੁੱਕੇ ਹਾਂ ਅਤੇ ਇਹਦੇ 'ਚ ਵੀ ਕੋਈ ਅਤ ਕਥਨੀ ਨਹੀਂ ਹੋਏਗੀ। ਅਸੀਂ ਡਾਂਗਾਂ ਸੋਟਿਆਂ ਦੇ ਨਾਲ ਸਮਝਾਉਣਾ ਚਾਹੁੰਦੇ ਹਾਂ, ਕੋਈ ਇੱਦਾਂ ਨਹੀਂ ਸਮਝਦਾ ਹੈ। ਗੱਲ ਪਿਆਰ ਅਤੇ ਦਲੀਲ ਦੇ ਨਾਲ ਸਮਝਾਉਣ ਦੀ ਹੈ, ਅਤੇ ਜਿਹਨੂੰ ਅਸੀਂ ਪਿਆਰ ਦੇ ਨਾਲ ਦਲੀਲ ਦੇ ਨਾਲ ਨਾ ਸਮਝਾ ਸਕੇ ਉਹਨੂੰ ਹਥਿਆਰ ਦੇ ਨਾਲ ਵੀ ਨਹੀਂ ਸਮਝਾ ਸਕਦੇ ਹਾਂ। ਹਾਂ, ਹਥਿਆਰ ਦੇ ਡਰ ਕਰਕੇ ਕੋਈ ਹੱਥ ਜੋੜ ਲਵੇ, ਝੁਕ ਜਾਵੇ, ਗੱਲ ਵੱਖਰੀ ਹੈ। ਹਥਿਆਰ ਦੇ ਡਰ ਕਰਕੇ ਹੱਥ ਜੋੜ ਲੈਣੇ, ਗਰੀਬ ਨਿਮਾਣੇ ਵੱਲੋਂ ਝੁਕ ਜਾਣਾ ਇੱਕ ਵੱਖਰੀ ਗੱਲ ਹੈ, ਪਰ ਗੱਲ ਨੂੰ ਸਮਝਣਾ ਉਹ ਇੱਕ ਵੱਖਰੀ ਗੱਲ ਹੈ। ਵੱਖਰੀ ਗੱਲ ਹੈ। ਕਿਵੇਂ ਸਮਝਾਉਣਾ ਹੈ ਇਹ ਗੁਰੂ ਨਾਨਕ ਮਹਾਰਾਜ ਨੇ ਆਪ ਆਪਣੇ ਜੀਵਨ ਕਾਲ ਅੰਦਰ ਸਮਝਾ ਕੇ ਐਗਜ਼ੈਂਪਲਸ ਸਾਡੇ ਸਾਹਮਣੇ ਉਹਨਾਂ ਨੇ ਪੇਸ਼ ਕੀਤੀਆਂ। ਗੁਰੂ ਮਹਾਰਾਜ ਕਹਿਣ ਲੱਗੇ, ਜੇ ਵੰਡਣ ਦੀ ਹਿੰਮਤ ਹੋਵੇ ਨਾ ਤੇ ਬੰਦਾ ਥੋੜ੍ਹਾ ਤਿਲ ਵੀ ਵੰਡ ਸਕਦਾ ਹੈ, ਅਤੇ ਜੇ ਨਾ ਵੰਡਣ ਦੀ ਹਿੰਮਤ ਹੋਵੇ, ਜਿਗਰਾ ਨਾ ਵੰਡਣ ਦਾ ਹੋਵੇ, ਤੇ ਬੰਦਾ ਤਿਲ ਜਿੰਨਾ ਵੀ ਨਹੀਂ ਵੰਡ ਸਕਦਾ। ਉੱਥੇ ਫਿਰ ਸਾਖੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਇੱਕ ਤਿਲ ਗੁਰੂ ਨਾਨਕ ਮਹਾਰਾਜ ਦੇ ਹੱਥ 'ਤੇ ਰੱਖ ਕੇ ਕਿਹਾ, ਜੀ ਫਿਰ ਤੁਸੀਂ ਵੰਡ ਕੇ ਦੱਸੋ ਤਿਲ ਕਿੱਦਾਂ ਵੰਡਿਆ ਜਾ ਸਕਦਾ ਹੈ। ਤੁਹਾਡੀ ਤੇ ਨੀਅਤ 'ਤੇ ਕਿਸੇ ਨੂੰ ਸ਼ੱਕ ਨਹੀਂ ਹੈ। ਤੁਸੀਂ ਕਿਹਾ ਜੇ ਨੀਤ ਸਾਫ਼ ਬੰਦਾ ਤਿਲ ਵੀ ਵੰਡ ਸਕਦਾ ਤੇ ਵੰਡ ਕੇ ਵਿਖਾਵੋ ਤਿਲ ਕਿੱਦਾਂ ਵੰਡਿਆ ਜਾ ਸਕਦਾ ਹੈ। ਅਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਿੱਧਾਂ ਦਾ ਕੂੰਡਾ ਲਿਆ ਜਿਹਦੇ 'ਚੋਂ ਰਗੜਾ ਲਾਉਂਦੇ ਸਨ, ਡੰਡਾ ਲਿਆ, ਭਾਈ ਮਰਦਾਨੇ ਨੂੰ ਹੁਕਮ ਕੀਤਾ, ਜਰਾ ਕਰ ਇਹਦੀ ਸਫਾਈ। ਮਹਾਰਾਜ ਦੇ ਹੁਕਮ ਮੰਨ ਕੇ ਭਾਈ ਮਰਦਾਨਾ ਸਾਹਿਬ ਨੇ ਕੂੰਡਾ ਡੰਡਾ ਸਾਫ਼ ਕਰਕੇ ਸਤਿਗੁਰਾਂ ਦੇ ਸਾਹਮਣੇ ਲਿਆਂਦਾ। ਮਹਾਰਾਜ ਨੇ ਉਹਦੇ 'ਚ ਰੱਖਿਆ ਤਿਲ ਕੂੰਡੇ 'ਚ, ਉੱਪਰੋਂ ਉਹਨੂੰ ਡੰਡੇ ਦੇ ਨਾਲ ਰਗੜ ਦਿੱਤਾ, ਵਿੱਚ ਪਾਇਆ ਪਾਣੀ, ਅਤੇ ਸਾਰਿਆਂ 'ਚ ਥੋੜ੍ਹਾ ਥੋੜ੍ਹਾ ਵਰਤਾਉਂਦਿਆਂ ਮਹਾਰਾਜ ਕਹਿਣ ਲੱਗੇ, ਜੇ ਨੀਤ ਸਾਫ਼ ਹੋਵੇ ਬੰਦਾ ਤਿਲ ਵੀ ਵੰਡ ਸਕਦਾ ਹੈ, ਅਤੇ ਜੇ ਨੀਤ ਸਾਫ਼ ਨਾ ਹੋਵੇ ਭਾਵੇਂ ਜਿੰਨੇ ਮਰਜ਼ੀ ਖਜ਼ਾਨੇ ਭਰੇ ਹੋਣ, ਬੰਦਾ ਤਿਲ ਜਿੰਨਾ ਵੀ ਨਹੀਂ ਵੰਡ ਸਕਦਾ। ਔਰ ਸਾਨੂੰ ਮਹਾਰਾਜ ਨੇ ਇਹ ਹੁਕਮ ਕੀਤਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇੱਕ ਤਾਂ ਵੇਖੋ ਰੱਬ ਦੇ ਘਰ ਦਾ ਰਾਹ ਪਛਾਣਨਾ ਸਮਝਣਾ, ਉਹਦੇ ਲਈ ਰੱਬ ਜੀ ਦੀ ਬੰਦਗੀ ਇੱਕ ਜੁਗਤੀ ਹੈ, ਇੱਕ ਤਰੀਕਾ ਹੈ। ਇੱਕ ਇਹ ਦੂਜਾ ਤਰੀਕਾ ਗੁਰੂ ਨਾਨਕ ਮਹਾਰਾਜ ਨੇ ਦੱਸਿਆ, ਕਹਿੰਦੇ ਘਾਲ ਖਾਏ। ਘਾਲ ਖਾਏ ਦਾ ਭਾਵ ਹੈ ਇਮਾਨ ਵਾਲੀ ਕਿਰਤ ਕਰੇ, ਕਿਰਤ ਕਰਕੇ ਗੁਰੂ ਕਾ ਸਿੱਖ ਖਾਏ। ਹੱਕ ਮਾਰ ਕੇ ਨਹੀਂ, ਠੱਗੀ ਮਾਰ ਕੇ ਨਹੀਂ, ਲੁੱਟ ਕੇ ਨਹੀਂ, ਧਰਮ ਦੀ ਕਿਰਤ ਕਰਕੇ ਖਾਣਾ ਹੈ। ਘਾਲ ਖਾਏ। ਫਿਰ ਦੂਜਾ ਬਚਨ ਕਿਛ ਹੱਥੋਂ ਦੇ, ਜੋ ਅਸੀਂ ਕਮਾਇਆ ਉਹਦੇ 'ਚ ਦੂਜੇ ਨੂੰ ਵੰਡੋ। ਅਤੇ ਜਿਹੜਾ ਮਨੁੱਖ ਇਹ ਦੋ ਗੁਰੂ ਕੇ ਬਚਨਾਂ ਨੂੰ ਕਮਾਉਂਦਾ ਹੈ, ਨਾਨਕ ਰਾਹ ਪਛਾਣੈ ਸੇ, ਉਹ ਪਰਮਾਤਮਾ ਦੇ ਘਰ ਦਾ ਰਸਤਾ ਪਛਾਣ ਲੈਂਦਾ। ਹੁਣ ਚੰਦਨ ਅੰਦਰ ਇਹ ਗੁਣ ਹੈ, ਉਹਦੇ ਅੰਦਰ ਸੁਗੰਧੀ ਹੈ, ਸੁਗੰਧੀ ਭਰਪੂਰ ਹੈ, ਉਹ ਸੁਗੰਧੀ ਵੰਡਦਾ ਹੈ, ਦੂਜੇ ਨੂੰ ਵੀ ਖੁਸ਼ਬੂ ਭਰਪੂਰ ਕਰਦਾ। ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਦੂਜੇ ਨੰਬਰ 'ਤੇ ਕਬੀਰ ਸਾਹਿਬ ਨੇ ਪਾਰਸ ਦੀ ਗੱਲ ਕੀਤੀ, ਉਹਦੇ ਅੰਦਰ ਵੀ ਗੁਣ ਹੈ, ਉਹ ਆਪਣੇ ਗੁਣ ਸਦਕਾ ਲੋਹੇ ਨੂੰ ਸੋਨਾ ਬਣਾਉਂਦਾ ਹੈ। ਇਸੇ ਤਰ੍ਹਾਂ ਪੂਰੇ ਗੁਰੂ ਦੀ ਵਡਿਆਈ, ਗੁਰੂ ਚੰਦਨ ਰੂਪ ਵੀ ਹੈ, ਗੁਰੂ ਪਾਰਸ ਰੂਪ ਵੀ ਹੈ, ਗੁਰੂ ਪਰਮੇਸ਼ਰ ਰੂਪ ਹੈ। ਹੁਣ ਪਾਰਸ ਤਾਂ ਭਾਵੇਂ ਲੋਹੇ ਨੂੰ ਸੋਨਾ ਹੀ ਬਣਾਉਂਦਾ ਹੈ, ਪਾਰਸ ਨਹੀਂ ਬਣਾਉਂਦਾ। ਚੰਦਨ ਦੂਜੀ ਲੱਕੜ ਨੂੰ ਸੁਗੰਧੀ ਤੇ ਦੇ ਸਕਦਾ, ਚੰਦਨ ਨਹੀਂ ਬਣਾ ਸਕਦਾ। ਪਰ ਪੂਰੇ ਗੁਰੂ ਦੀ ਵਡਿਆਈ ਹੈ, ਗੁਰੂ ਸਿੱਖ ਨੂੰ ਆਪਣਾ ਹੀ ਰੂਪ ਬਣਾ ਦਿੰਦੇ ਹਨ, ਗੁਰੂ ਹੀ ਬਣਾ ਦਿੰਦੇ ਹਨ। ਮਹਾਰਾਜ ਗੁਰੂ ਨਾਨਕ ਮਹਾਰਾਜ ਨੇ ਲੈਣੇ ਨੂੰ ਗੁਰੂ ਨਾਨਕ ਰੂਪ ਹੀ ਬਣਾ ਦਿੱਤਾ, ਗੁਰੂ ਰੂਪ ਹੀ ਬਣ ਗਿਆ। ਇਹ ਹੈ ਪੂਰੇ ਗੁਰੂ ਦੀ ਵਡਿਆਈ। ਇਸ ਤੋਂ ਅੱਗੇ ਅੱਜ 78 ਨੰਬਰ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਹਨ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਬੀਰ ਸਾਹਿਬ ਕਹਿੰਦੇ ਜਿਹੜੀ ਜਮ ਦੀ ਮਾਰ ਹੈ, ਜਮ ਦੀ ਸੱਟ ਹੈ, ਚੋਟ ਹੈ, ਬੜੀ ਭਿਆਨਕ ਜੇ, ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਹੁਣ ਇਸ ਬਚਨ ਦੇ ਦੋ ਭਾਵ ਹਨ, ਕਿਉਂਕਿ ਮੌਤ ਦੋ ਤਰ੍ਹਾਂ ਦੀ ਹੈ। ਇੱਕ ਸਰੀਰ ਦੀ ਮੌਤ ਹੈ, ਇੱਕ ਜ਼ਮੀਰ ਦੀ ਮੌਤ ਹੈ। ਕੁਝ ਲੋਕ ਜਿਉਂਦੇ ਜੀ ਮਰ ਜਾਂਦੇ ਹਨ ਜ਼ਮੀਰ ਦੀ ਮੌਤੇ। ਸਰੀਰ ਦੀ ਮੌਤੇ ਤੇ ਹਰ ਇੱਕ ਨੇ ਮਰਨਾ ਹੀ ਹੈ। ਹੁਣ ਜ਼ਮੀਰ ਦੀ ਮੌਤੇ ਕੌਣ ਮਰਦਾ ਹੈ? ਜਿਨ੍ਹਾਂ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਇਹਨਾਂ ਵਿਕਾਰਾਂ ਨੇ ਆਪਣੀ ਚੋਟ ਮਾਰ ਦਿੱਤੀ ਹੈ। ਤੇ ਸਰੀਰ ਦੀ ਮੌਤ ਕੌਣ ਮਰਦਾ ਹੈ? ਜਿਨ੍ਹਾਂ ਦੇ ਉੱਪਰ ਜਮ ਨੇ ਆਪਣੀ ਚੋਟ ਮਾਰ ਦਿੱਤੀ ਹੈ। ਹੁਣ ਵਿਕਾਰਾਂ ਦੀ ਚੋਟ ਨੂੰ ਬਰਦਾਸ਼ਤ ਕਰਨਾ ਵੀ ਔਖਾ ਹੈ ਤੇ ਜਮਾਂ ਦੀ ਚੋਟ ਨੂੰ ਬਰਦਾਸ਼ਤ ਕਰਨਾ ਵੀ ਔਖਾ। ਵਿਕਾਰ ਵੀ ਆਪਣੀ ਥਾਵੇਂ ਜਮ ਹੀ ਹਨ, ਜੋ ਸਾਡੇ ਅੰਦਰ ਦੀ ਇਨਸਾਨੀਅਤ ਨੂੰ ਮਾਰਦੇ, ਸਾਡੇ ਅੰਦਰ ਦੀਆਂ ਚੰਗਿਆਈਆਂ ਨੂੰ ਮਾਰਦੇ, ਗੁਣਾਂ ਨੂੰ ਮਾਰਦੇ। ਮਾਰਨ ਵਾਲਾ ਕੌਣ ਹੁੰਦਾ ਹੈ? ਜਮ। ਜਮ ਬਾਰੀ ਤੌਰ 'ਤੇ ਵੀ ਕੋਈ ਬੰਦਾ ਇੱਦਾਂ ਜ਼ੁਲਮ ਕਰਕੇ ਦੂਜਿਆਂ ਦਾ ਕਤਲ ਹੀ ਕਰਨ 'ਤੇ ਉਤਰ ਆਵੇ ਤੇ ਲੋਕ ਉਹਨੂੰ ਜਮਦੂਤ ਹੀ ਕਹਿੰਦੇ ਹਨ ਕਿ ਜਮਦੂਤ ਹੈ, ਹਥਿਆਰਾ ਹੈ, ਦੂਜਿਆਂ ਨੂੰ ਮਾਰ ਰਿਹਾ ਹੈ। ਕਬੀਰ ਸਾਹਿਬ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਭਾਵੇਂ ਸਰੀਰਕ ਮੌਤ, ਉਹ ਜਮਾਂ ਦੀ ਮਾਰ ਹੈ, ਉਹ ਵੀ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਜਮ ਲੈਣ ਦੇ ਲਈ ਆ ਜਾਂਦੇ ਹਨ ਤੇ ਫਿਰ ਜੀਵ ਨੂੰ ਜਾਣਾ ਹੀ ਪੈਂਦਾ ਹੈ। ਉਹ ਮੌਤ ਤੋਂ ਕੋਈ ਨਹੀਂ ਬਚ ਸਕਦਾ ਹੈ, ਹਰ ਇੱਕ ਨੂੰ ਮਰਨਾ ਪੈਂਦਾ ਹੈ। ਪਰ ਜਿਹੜੀ ਵਿਕਾਰਾਂ ਦੀ ਮੌਤ ਹੈ, ਉਸ ਮੌਤ ਤੋਂ ਬਚਿਆ ਜਾ ਸਕਦਾ ਹੈ। ਉਸ ਮੌਤ ਤੋਂ ਬਚਿਆ ਜਾ ਸਕਦਾ ਹੈ, ਵਿਕਾਰਾਂ ਦੀ ਮਾਰ ਤੋਂ। ਹੁਣ ਕਿਵੇਂ ਬਚਿਆ ਜਾ ਸਕਦਾ, ਉਹ ਤਰੀਕਾ ਵੀ ਭਗਤ ਕਬੀਰ ਸਾਹਿਬ ਦੱਸ ਰਹੇ ਨੇ। ਕਹਿੰਦੇ ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾਏ। ਗੁਰੂ ਮਿਲ ਪਏ, ਗੁਰੂ ਨੇ ਆਪਣੀ ਗਲਵੱਕੜੀ 'ਚ ਲੈ ਲਿਆ। ਤੇ ਹੁਣ ਜਦੋਂ ਗੁਰੂ ਨੇ ਗਲਵੱਕੜੀ 'ਚ ਲਿਆ ਤੇ ਫਿਰ ਕਬੀਰ ਸਾਹਿਬ ਕਹਿੰਦੇ ਉਹਦੀ ਮੌਤ ਨਹੀਂ ਜੀ ਹੋ ਸਕਦੀ ਜਿਹੜਾ ਗੁਰੂ ਦੀ ਗਲਵੱਕੜੀ 'ਚ ਹੈ, ਜਿਹੜਾ ਗੁਰੂ ਦੀ ਗੋਦ 'ਚ ਹੈ। ਵਿਕਾਰ ਉਹਨੂੰ ਮਾਰ ਨਹੀਂ ਸਕਦੇ ਹਨ, ਵਿਕਾਰ ਉਹਦੇ 'ਤੇ ਪ੍ਰਭਾਵ ਨਹੀਂ ਪਾ ਸਕਦੇ ਹਨ। ਕੋਈ ਤੱਤੀ ਵਾਹ ਉਹਨੂੰ ਛੂਹ ਨਹੀਂ ਸਕਦੀ, ਕਿਉਂਕਿ ਗੁਰੂ ਨੇ ਉਹਦੇ ਦੁਆਲੇ ਰਾਮਕਾਰ ਖਿੱਚ ਦਿੱਤੀ ਹੈ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਮਹਾਰਾਜ ਕਹਿੰਦੇ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਗੁਰੂ ਨੇ ਐਦਾਂ ਦੀ ਵਿਉਂਤ ਬਣਤਰ ਬਣਾ ਦਿੱਤੀ ਆਪਣੇ ਸਿੱਖ ਦੇ ਦੁਆਲੇ ਕਿ ਹੁਣ ਵਿਕਾਰਾਂ ਦੀ ਹਿੰਮਤ ਨਹੀਂ ਹੈ ਉਹ ਗੁਰੂ ਦੇ ਸਿੱਖ ਨੂੰ ਪ੍ਰਭਾਵਿਤ ਕਰ ਸਕਣ। ਪਰ ਕਿਹੜੇ ਨੂੰ? ਜਿਹੜਾ ਐਨ ਗੁਰੂ ਨੂੰ ਸਮਰਪਿਤ ਹੋ ਗਿਆ, ਤਨ ਕਰਕੇ, ਮਨ ਕਰਕੇ, ਜਿਹੜਾ ਗੁਰੂ ਨੂੰ ਭੇਟ ਹੋ ਗਿਆ। ਉਹਦੇ 'ਤੇ ਕਿਸੇ ਵਿਕਾਰ ਦਾ ਪ੍ਰਭਾਵ ਨਹੀਂ ਪੈ ਸਕਦਾ ਹੈ, ਕਿਉਂਕਿ ਉਹਦਾ ਰਖਵਾਲਾ ਗੋਬਿੰਦ ਰਾਏ ਸਿਰ 'ਤੇ ਖੜਾ ਹੈ, ਗੁਰੂ ਰਖਵਾਲਾ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਐਸਾ ਨਹੀਂ ਹੈ ਕਿ ਸਿੱਖ ਦੇ ਉੱਪਰ ਸੰਕਟ ਨਹੀਂ ਆਉਂਦੇ ਹਨ। ਜ਼ਿੰਦਗੀ ਹੈ, ਇੱਥੇ ਦੁੱਖ ਸੁੱਖ ਹਰ ਇੱਕ ਨੂੰ ਵਿਆਪਦੇ ਹਨ। ਪਰ ਇੱਕ ਉਹ ਹਨ ਜਿਹੜੇ ਦੁੱਖਾਂ ਦੀ ਅੱਗ ਦੇ ਵਿੱਚੋਂ ਵੀ ਬਾਹਰ ਨਿਕਲ ਆਉਂਦੇ ਹਨ। ਭਾਈ ਮੱਖਣ ਸ਼ਾਹ ਬੇੜਾ ਉਹਨਾਂ ਦਾ ਭਵਜਲ ਸਾਗਰ ਅੰਦਰ ਡੋਲ ਗਿਆ ਤੇ ਗੁਰੂ ਕੇ ਸਿੱਖ ਨੇ ਕੀ ਕੀਤਾ? ਪੂਰੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਲਿਆ। ਮਹਾਰਾਜ ਤੁਸੀਂ ਰਖਵਾਲੇ ਹੋ, ਕੋਈ ਹੋਰ ਬਚਾ ਨਹੀਂ ਸਕਦਾ। ਤੇ ਜਿੱਥੇ ਫਿਰ ਕੋਈ ਰਖਵਾਲਾ ਨਾ ਹੋਵੇ ਉੱਥੇ ਤੇ ਆਖਰ ਗੁਰੂ ਹੀ ਰਖਵਾਲਾ ਹੈ। ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਉ। ਇਹ ਇਤਿਹਾਸ ਜਾਂ ਗੁਰੂ ਕੀ ਬਾਣੀ ਦੇ ਜਿਹੜੇ ਪ੍ਰਮਾਣ ਜਾਂ ਸਾਖੀਆਂ ਹਨ, ਇਹ ਅਸਲ ਦੇ ਲਈ ਸਾਡੇ ਲਈ ਪ੍ਰੇਰਣਾ ਸਰੋਤ ਹਨ। ਕਿਉਂਕਿ ਸਾਡੀ ਵੀ ਜ਼ਿੰਦਗੀ ਅੰਦਰ ਇੱਦਾਂ ਦੇ ਸਮੇਂ, ਇੱਦਾਂ ਦੇ ਹਾਲਾਤ ਵਕਤ ਬਣਦੇ ਹਨ। ਅਸੀਂ ਵੀ ਆਪਣਾ ਭਰੋਸਾ ਗੁਰੂ ਪ੍ਰਤੀ ਬਣਾਉਣਾ ਹੈ। ਸੰਸਾਰ ਦੀ ਟੇਕ ਬਜਾਏ ਗੁਰੂ ਤੇ ਨਿਰੰਕਾਰ ਦੀ ਟੇਕ ਤੇ ਸੱਚੇ ਹਿਰਦੇ ਦੇ ਨਾਲ ਰੱਖਣੀ ਹੈ। ਇਹ ਨਹੀਂ ਕਿ ਅੱਧੇ ਅਧੂਰੇ ਮਨ ਦੇ ਨਾਲ। ਜੇ ਪੂਰੇ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਪੂਰੇ ਨੂੰ ਪੂਰੇ ਹਿਰਦੇ ਦੇ ਨਾਲ ਧਿਆਉਣਾ ਪਵੇਗਾ, ਫਿਰ ਗੱਲ ਬਣਦੀ ਹੈ। ਘਾਟ ਸਾਡੇ 'ਚ ਹੁੰਦੀ ਹੈ ਤੇ ਫਿਰ ਆਪਾਂ ਗੁਰੂ ਦਾ ਕਸੂਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਮਹਾਰਾਜ ਤੁਸੀਂ ਸਹਾਈ ਨਹੀਂ ਹੋਏ, ਤੁਸੀਂ ਬਾਂਹ ਨਹੀਂ ਫੜੀ। ਮਾਲਕ ਤਾਂ ਬਾਂਹ ਫੜਦਾ ਹੈ, ਪਰ ਡੋਲ ਅਸੀਂ ਜਾਂਦੇ ਹਾਂ, ਡੋਲ ਅਸੀਂ ਜਾਂਦੇ ਹਾਂ। ਬੜਾ
ਦ੍ਰਿੜ ਇਰਾਦਾ ਚਾਹੀਦਾ ਹੈ ਇਸ ਰਾਹ 'ਤੇ ਚੱਲਣ ਦੇ ਲਈ। ਇਹ ਰਾਹ ਕੋਈ ਸੌਖਾ ਨਹੀਂ ਹੈ। ਜਿਹੜੀ ਗੱਲ ਗੁਰੂ ਨਾਨਕ ਮਹਾਰਾਜ ਕਹਿੰਦੇ, ਸਿਰ ਧਰ ਤਲੀ ਗਲੀ ਮੇਰੀ ਆਓ। ਸੁੱਖ ਆਪਾਂ ਸਾਰੇ ਚਾਹੁੰਦੇ ਹਾਂ, ਪਰ ਸੁੱਖ ਦੀ ਖਾਤਰ ਸੰਘਰਸ਼ ਦੀ ਵੀ, ਮਿਹਨਤ ਦੀ, ਉਦਮ ਦੀ ਵੀ ਲੋੜ ਹੈ। ਹੁਣ ਸਵਰਗ ਸਾਰੇ ਚਾਹੁੰਦੇ ਹਨ, ਮਰਨਾ ਕੋਈ ਨਹੀਂ ਚਾਹੁੰਦਾ ਹੈ। ਮਰਨਾ ਕੋਈ ਨਹੀਂ ਚਾਹੁੰਦਾ ਹੈ। ਜਿਵੇਂ ਇੱਕ ਉਹ ਬੜੀ ਪਿਆਰੀ ਕਹਾਣੀ ਵੀ ਹੈ ਕਿ ਕੋਈ ਵਿਅਕਤੀ ਰੋਜ਼ ਮੰਦਰ ਜਾਏ, ਲੋਕ ਵੀ ਜਾਂਦੇ ਸਨ, ਕੋਈ ਧਨ ਮੰਗਦਾ, ਪਦਾਰਥ ਮੰਗਦਾ, ਸੁੱਖ ਮੰਗਦਾ, ਦੁਨੀਆ ਦੀਆਂ ਵਸਤੂਆਂ ਮੰਗਦਾ। ਉਹਨੇ ਜਦੋਂ ਜਾਣਾ ਤੇ ਹੱਥ ਜੋੜ ਕੇ ਕਹਿਣਾ, ਭਗਵਾਨ ਮੁਕਤੀ ਦੀ ਦਾਤ ਬਖਸ਼ੋ, ਮੁਕਤੀ ਦੀ ਦਾਤ ਬਖਸ਼ੋ। ਇੱਦਾਂ ਲਗਾਤਾਰ ਜਾਂਦਿਆਂ ਜਾਂਦਿਆਂ ਕਿੰਨੇ ਵਰੇ ਲੰਘ ਗਏ। ਲੋਕ ਵੀ ਬੜੇ ਸਲਾਉਣ, ਜੀ ਵੇਖੋ ਅਸੀਂ ਤੇ ਸਾਰੇ ਪਦਾਰਥ ਮੰਗਣ ਆਉਂਦੇ ਹਾਂ, ਪਰ ਇਹ ਕਿੱਡਾ ਵੱਡਾ ਰੱਬ ਦਾ ਭਗਤ ਹੈ ਜਿਹੜਾ ਜਦੋਂ ਰੱਬ ਦੇ ਕੋਲ ਆਉਂਦਾ ਹੈ ਮੁਕਤੀ ਮੰਗਣ ਦੇ ਲਈ ਆਉਂਦਾ ਹੈ। ਜਦੋਂ ਮੰਗਦਾ ਹੈ ਮੁਕਤੀ ਮੰਗਦਾ ਹੈ। ਲੋਕ ਵੀ ਹੁਣ ਉਹਨੂੰ ਸਲਾਉਂਦੇ ਨੇ ਤੇ ਭਗਵਾਨ ਵੀ ਉਹਦੇ 'ਤੇ ਪ੍ਰਸੰਨ ਹੋ ਗਿਆ। ਇੱਕ ਦਿਨ ਭਗਵਾਨ ਵੀ ਪ੍ਰਸੰਨ ਹੋ ਗਿਆ। ਜਦੋਂ ਮੰਦਰ ਆਇਆ, ਗਿਆ ਠਾਕੁਰ ਦੁਆਰੇ, ਜੀ ਮੁਕਤੀ ਬਖਸ਼ੋ। ਭਗਵਾਨ ਸਾਖਸ਼ਾਤ ਸਾਹਮਣੇ ਪ੍ਰਗਟ ਹੋ ਗਿਆ ਕਿ ਆ ਫਿਰ ਅੱਜ ਤੈਨੂੰ ਮੁਕਤ ਕਰ ਦਈਏ। ਕਹਿਣ ਲੱਗਾ, ਜੀ ਠੀਕ ਹੈ ਤੁਸੀਂ ਮੁਕਤ ਤੇ ਕਰਨਾ, ਪਰ ਥੋੜ੍ਹਾ ਦੱਸ ਦੇਵੋ ਮੁਕਤੀ ਹੈ ਕੀ ਹੈ, ਕਿੱਦਾਂ ਮੁਕਤ ਮੈਨੂੰ ਕਰਨਾ ਹੈ। ਉਹ ਕਹਿਣ ਲੱਗੇ, ਕਰਨਾ ਕੀ ਹੈ, ਤੈਨੂੰ ਆਪਣੀ ਗਲਵੱਕੜੀ 'ਚ ਲੈਣਾ, ਤੇਰੀ ਜੋਤ ਮੇਰੇ ਨਾਲ ਅਭੇਦ ਹੋ ਜਾਏਗੀ। ਸਰੀਰ ਦਾ ਕੀ ਹੈ, ਇਹ ਤੇ ਮਿੱਟੀ ਹੈ, ਇਹਨੇ ਮਿੱਟੀ ਹੋ ਜਾਣਾ, ਬਿਨਸ ਜਾਣਾ। ਅੱਛਾ, ਕਹਿਣ ਲੱਗਾ, ਜੀ ਮੁਕਤੀ ਇਹ ਹੈ ਜਿਹੜੀ ਮੁਕਤੀ 'ਚ ਸਰੀਰ ਛੱਡਣਾ ਪਵੇਗਾ। ਕਹਿਣ ਲੱਗੇ ਹਾਂ। ਫਿਰ ਕਹਿਣ ਲੱਗਾ, ਜੀ ਤੁਸੀਂ ਰੁਕੋ, ਇੱਕ ਵਾਰ ਮੈਂ ਘਰ ਹੋ ਆਵਾਂ, ਘਰਦਿਆਂ ਨੂੰ ਦੱਸ ਆਵਾਂ, ਉਦੋਂ ਬਾਅਦ ਫਿਰ ਮੈਂ ਮੁਕਤੀ ਲਵਾਂਗਾ, ਮੁਕਤੀ ਪਾਵਾਂਗਾ। ਇਹਦਾ ਭਗਵਾਨ ਕਹਿਣ ਲੱਗੇ, ਕੋਈ ਨਾ ਜਾ। ਘਰ ਚਲਾ ਗਿਆ। ਹੁਣ ਭਗਵਾਨ ਉਡੀਕਦੇ ਪਏ ਨੇ, ਹੁਣ ਕਿਹਨੇ ਆਉਣਾ ਸੀ, ਕਿਹਨੇ ਆਉਣਾ ਸੀ ਹੁਣ। ਪਰ ਇੱਦਾਂ ਨਹੀਂ ਹੈ ਜਿਹੜੀ ਗੱਲ ਕਬੀਰ ਸਾਹਿਬ ਕਹਿੰਦੇ, ਪਾਛੇ ਲਾਗੋ ਹਰ ਫਿਰਿਓ ਕਹਿਤ ਕਬੀਰ ਕਬੀਰ। ਤੇ ਭਗਵਾਨ ਪਿੱਛੇ ਪਿੱਛੇ ਘਰ ਪਹੁੰਚ ਗਏ ਕਿ ਆ ਤੈਨੂੰ ਮੁਕਤ ਕਰੀਏ। ਹੁਣ ਇਹ ਕਹਿਣ ਲੱਗਾ, ਜੀ ਨਹੀਂ ਅਜੇ ਪੁੱਤਰ ਵਿਆਹੁਣਾ ਹੈ, ਕੁਝ ਸਮਾਂ ਦਵੋ, ਉਦੋਂ ਬਾਅਦ ਮੁਕਤੀ ਬਖਸ਼ ਦਿਓ। ਪੁੱਤਰ ਦਾ ਵਿਆਹ ਹੋ ਗਿਆ। ਭਗਵਾਨ ਫੇਰ ਆ ਗਏ, ਕਹਿਣ ਲੱਗੇ, ਚੱਲ ਹੁਣ ਪੁੱਤ ਦਾ ਵਿਆਹ ਹੋ ਗਿਆ, ਆ ਤੈਨੂੰ ਮੁਕਤ ਕਰਾਂ, ਆਪਣੇ 'ਚ ਭੇਦ ਕਰ ਲਵਾਂ, ਛੱਡ ਸਰੀਰ ਰੂਪੀ ਭਾਂਡਾ, ਇਹਦੇ ਤੋਂ ਖਹਿੜਾ ਛਡਾ। ਨਹੀਂ, ਕਹਿਣ ਲੱਗਾ, ਜੀ ਪੋਤਰੇ ਦਾ ਮੂੰਹ ਵੇਖ ਲਵਾਂ, ਉਦੋਂ ਬਾਅਦ ਫਿਰ ਮੁਕਤ ਕਰ ਦਿਓ। ਮੰਦਰ ਠਾਕੁਰ ਦੁਆਰੇ ਜਾਣਾ ਤੇ ਇਹਨੇ ਉਦੋਂ ਦਾ ਹੀ ਛੱਡ ਦਿੱਤਾ ਸੀ ਜਦੋਂ ਪਹਿਲੀ ਵਾਰ ਇਹਨੇ ਭਗਵਾਨ ਨੂੰ ਵੇਖ ਲਿਆ। ਕਹਿਣ ਲੱਗਾ, ਜੀ ਬਸ ਪੋਤਰੇ ਦਾ ਮੂੰਹ ਵੇਖ ਲਵਾਂ, ਉਦੋਂ ਬਾਅਦ ਮੁਕਤ ਕਰ ਦਿਓ। ਸਮਾਂ ਆਇਆ, ਪੋਤਰਾ ਵੀ ਹੋ ਗਿਆ। ਭਗਵਾਨ ਫੇਰ ਪਹੁੰਚ ਗਏ, ਕਹਿਣ ਲੱਗੇ, ਆ ਮੁਕਤ ਕਰੀਏ। ਇਹ ਅੱਗੋਂ ਕਹਿਣ ਲੱਗਾ, ਜੀ ਵੇਖੋ ਜਦੋਂ ਮੈਂ ਤੁਹਾਡੇ ਘਰ ਨਹੀਂ ਆਉਂਦਾ ਤੇ ਤੁਸੀਂ ਹੁਣ ਵਾਰ-ਵਾਰ ਮੇਰੇ ਘਰ ਆ ਕੇ ਮੈਨੂੰ ਤੰਗ ਕਿਉਂ ਕਰਦੇ ਜੇ। ਜਦੋਂ ਮੈਂ ਤੁਹਾਡੇ ਕੋਲ ਨਹੀਂ ਆਉਂਦਾ ਤੁਸੀਂ ਮੇਰੇ ਕੋਲ ਲੈਣ ਦੇ ਲਈ ਕੀ। ਇਹ ਹੈ ਅੱਧੇ ਅਧੂਰੇ ਮਨ ਦੀ ਖੇਡ। ਸਵਰਗ ਸਾਰੇ ਚਾਹੁੰਦੇ ਹਨ, ਮਰਨਾ ਕੋਈ ਨਹੀਂ ਚਾਹੁੰਦਾ। ਮੁਕਤੀ ਚਾਹੁੰਦੇ ਹਾਂ, ਪਰ ਮੁਕਤੀ ਦੇ ਲਈ ਜਿਹੜੀ ਕੁਰਬਾਨੀ ਦੇਣੀ ਪੈਂਦੀ ਆ, ਉਹ ਕੁਰਬਾਨੀ ਕਰਨ ਦੇ ਲਈ ਤਿਆਰ ਨਹੀਂ ਹਾਂ। ਤੇ ਜਿੰਨੇ ਫਿਰ ਕੁਰਬਾਨੀ ਕਰਨੀ ਸਿੱਖ ਲਈ, ਜਿਹੜਾ ਗੁਰੂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ, ਭਾਈ ਮਤੀ ਦਾਸ, ਸਤੀ ਦਾਸ, ਦਿਆਲੇ ਦੀ ਤਰ੍ਹਾਂ, ਭਾਈ ਮਨੀ ਸਿੰਘ ਦੀ ਤਰ੍ਹਾਂ, ਉਹ ਤੇ ਫਿਰ ਹੱਸ ਕੇ ਕਹਿੰਦਾ, ਮਹਾਰਾਜ ਸਰੀਰ ਰੂਪੀ ਠੀਕਰਾ ਹੈ, ਇਹ ਜਿੱਥੇ ਮਰਜ਼ੀ ਕੁਰਬਾਨ ਹੋ ਜਾਵੇ, ਕੋਈ ਪਰਵਾਹ ਨਹੀਂ ਹੈ। ਹੁਣ ਭਾਈ ਮੱਖਣ ਸ਼ਾਹ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਸੀ। ਮੁਸੀਬਤ ਆਈ ਪਰ ਗੁਰੂ ਨੇ ਰਹਿਮਤ ਕੀਤੀ, ਆਪ ਹੱਥ ਦੇ ਕੇ ਆਪਣੇ ਸੇਵਕ ਨੂੰ, ਸਿੱਖ ਨੂੰ ਬਚਾ ਲਿਆ। ਭਾਈ ਜੋਗੇ ਤੇ ਵਿਕਾਰਾਂ ਨੇ ਪ੍ਰਭਾਵ ਪਾਇਆ, ਪਰ ਗੁਰੂ ਨੇ ਆਪ ਵਿੱਚ ਖਲੋ ਕੇ ਸਿੱਖ ਤੱਕ ਵਿਕਾਰਾਂ ਨੂੰ ਪਹੁੰਚਣ ਨਹੀਂ ਦਿੱਤਾ। ਕਬੀਰ ਸਾਹਿਬ ਕਹਿੰਦੇ, ਪੂਰਾ ਗੁਰੂ ਮਿਲ ਗਿਆ, ਹੁਣ ਵਿਕਾਰਾਂ ਦਾ ਕੋਈ ਜ਼ੋਰ ਨਹੀਂ ਹੈ। ਵਿਕਾਰ ਰੂਪੀ ਜੰਮ ਮੇਰੀ ਜ਼ਮੀਰ, ਮੇਰੀ ਆਤਮਾ ਨੂੰ, ਮੇਰੇ ਮਨ ਨੂੰ ਮਾਰ ਸਕਣ। ਤੇ ਵੇਖੋ ਜਿਹੜੇ ਰੱਬ ਦੇ ਨਾਲ, ਗੁਰੂ ਦੇ ਨਾਲ ਜੁੜ ਜਾਂਦੇ, ਅਭੇਦ ਹੋ ਜਾਂਦੇ, ਉਹ ਅਸਲ ਦੇ ਵਿੱਚ ਸਦ ਜੀਵੀ ਬਣਦੇ ਹਨ। ਸਰੀਰ ਕਰਕੇ ਤੇ ਹਰ ਕੋਈ ਮਰਦਾ ਹੀ ਮਰਦਾ ਹੈ, ਪਰ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹਨੂੰ ਹਜੂਰ ਬਾਣੀ 'ਚ ਇੱਕ ਜਗ੍ਹਾ ਹੋਰ ਕਹਿੰਦੇ, ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ,
ਆਏ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਮਹਾਰਾਜ ਕਹਿੰਦੇ ਉਹਨਾਂ ਦੀ ਤੇ ਜੀਵਨ ਦੀ ਖੇਡ ਹੀ ਵੱਖਰੀ ਹੈ, ਉਹਨਾਂ ਦੇ ਜੀਵਨ ਦੀ ਖੇਡ ਹੀ ਵੱਖਰੀ। ਉਹ ਤੇ ਆਉਣ ਜਾਣ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ। ਕੀ ਹੁੰਦਾ ਹੈ? ਕਾਲ ਬੜਾ ਪ੍ਰਬਲ ਹੈ। ਅਸੀਂ ਜਿੰਨੇ ਪੰਜ ਭੂਤਕ ਸਰੀਰ ਲੈ ਕੇ ਸੰਸਾਰ ਅੰਦਰ ਵਿਚਰਨ ਵਾਲੇ ਜਿਉਣ ਵਾਲੇ ਜੀਵ ਹਾਂ, ਸਾਰੇ ਅਸੀਂ ਕਾਲ ਦੇ ਅਧੀਨ ਹਾਂ। ਇਸੇ ਕਰਕੇ ਕਾਲ ਮੌਤ ਨੂੰ ਵੀ ਕਿਹਾ ਜਾਂਦਾ ਹੈ। ਕਾਲ ਸਮਾਂ ਵੀ ਹੈ। ਸਮਾਂ ਹਰ ਚੀਜ਼ ਨੂੰ ਨਿਗਲ ਲੈਂਦਾ। ਸਮੇਂ ਦੇ ਨਾਲ ਹਰ ਚੀਜ਼ ਖਤਮ ਹੁੰਦੀ ਜਾਂਦੀ ਹੈ, ਮੁੱਕਦੀ ਜਾਂਦੀ ਹੈ। ਸਰੀਰ ਵੀ ਮੁੱਕ ਜਾਂਦਾ ਹੈ। ਕਾਲ ਬੜਾ ਪ੍ਰਬਲ ਹੈ। ਸਭ ਤੋਂ ਪਹਿਲਾਂ ਮਨੁੱਖ ਮਰਦਾ ਹੈ, ਸਰੀਰ ਤੇ ਆਤਮਾ ਦਾ ਵਿਛੋੜਾ ਪਿਆ, ਬੰਦਾ ਖਤਮ ਹੋ ਗਿਆ। ਉਦੋਂ ਬਾਅਦ ਘਰ ਵਾਲੇ ਉਹਦਾ ਕਿਰਿਆ ਕਰਮ ਕਰਦੇ ਨੇ। 1-2 ਸਾਲ ਬਰਸੀਆਂ ਮਨਾਈਆਂ ਜਾਂਦੀਆਂ, ਯਾਦ ਮਨਾਈ ਜਾਂਦੀ ਹੈ। ਉਦੋਂ ਬਾਅਦ ਕੋਈ ਨਾ ਕੋਈ ਹੋਰ ਘਰ 'ਚੋਂ ਚੜ੍ਹਾਈ ਕਰ ਜਾਂਦਾ, ਫਿਰ ਪਹਿਲਾ ਭੁੱਲ ਜਾਂਦਾ ਹੈ, ਫਿਰ ਦੂਜਿਆਂ ਦੀਆਂ ਬਰਸੀਆਂ ਮਨਾਓ ਜੀ, ਦੂਜਿਆਂ ਦੇ ਕਿਰਿਆ ਕਰਮ ਕਰੋ। ਓਨੀ ਦੇਰ ਨੂੰ ਕੋਈ ਨਾ ਕੋਈ ਹੋਰ ਮਰ ਜਾਂਦਾ ਹੈ, ਫਿਰ ਪਹਿਲਿਆਂ ਦਾ ਚੇਤਾ ਭੁੱਲ ਗਿਆ ਦੋਵਾਂ ਦਾ, ਹੁਣ ਤੀਜੇ ਦੀਆਂ ਬਰਸੀਆਂ ਵਾਲੇ ਪਾਸੇ। ਇੱਦਾਂ ਵਕਤ ਪਾ ਕੇ ਪਹਿਲਾਂ ਬੰਦਾ ਮਰਦਾ ਹੈ, ਫਿਰ ਸਹਿਜੇ ਸਹਿਜੇ ਬੰਦੇ ਦਾ ਨਾਮ ਵੀ ਮੁੱਕ ਜਾਂਦਾ ਹੈ, ਨਾਮ ਵੀ ਮੁੱਕ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਜਿਹੜੇ ਰੱਬੀ ਪਿਆਰੇ ਨੇ, ਸਰੀਰ ਕਰਕੇ ਤੇ ਵੇਖੋ ਇਹ ਸੱਚ ਹੈ, ਹਰ ਇੱਕ ਨੇ ਜਾਣਾ ਹੀ ਜਾਣਾ ਹੈ। ਦਾਰਾ ਸੇ ਦਲੀਸਰ ਦੁਰਯੋਧਨ ਜੈਸੇ ਭੂਮ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਰੀਰ ਕਰਕੇ ਤੇ ਸਾਰੇ ਜਾਂਦੇ, ਰਾਮ ਗਇਓ ਰਾਵਣ ਗਇਓ। ਸਰੀਰ ਕਰਕੇ ਤੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ। ਪਰ ਵਡਿਆਈਆਂ ਕਰਕੇ ਦੁਨੀਆਦਾਰ ਦਾ ਨਾਂ ਤੇ ਸੰਸਾਰ 'ਚੋਂ ਮੁੱਕ ਜਾਂਦਾ ਹੈ। ਪਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਤਿੰਨਾਂ ਕੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਉਹਨਾਂ ਦੀਆਂ ਵਡਿਆਈਆਂ ਹਮੇਸ਼ਾ ਸੰਸਾਰ 'ਚ ਰਹਿੰਦੀਆਂ ਹਨ। ਕਿੰਨਾਂ ਦੀਆਂ? ਜਿਹੜੇ ਗੁਰੂ ਨਾਲ ਜੁੜ ਗਏ। ਹੁਣ ਭਾਈ ਮਤੀ ਦਾਸ ਮੁੱਕ ਥੋੜ੍ਹਾ ਗਏ, ਉਹ ਤੇ ਅੱਜ ਵੀ ਸਾਡੇ 'ਚ ਹਾਜ਼ਰ ਹਨ। ਧੰਨ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ 'ਚ ਯਾਦ ਕਰਦੇ ਹਾਂ। ਜਦੋਂ ਤੱਕ ਸਿੱਖ ਕੌਮ ਰਵੇਗੀ, ਉਦੋਂ ਤੱਕ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਰਵਾਂਗੇ। ਤੇ ਜੇ ਸਾਡਾ ਗੁਰੂ ਅਟਲ ਜੁਗੋ ਜੁਗ, ਤੇ ਫਿਰ ਸਾਡੀ ਕੌਮ ਵੀ ਜੁਗੋ ਜੁਗ ਅਟਲ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਜਿਹਨਾਂ ਨੂੰ ਪੂਰੇ ਗੁਰੂ ਨੇ ਆਪਣੀ ਗਲਵੱਕੜੀ 'ਚ ਲੈ ਲਿਆ, ਉਹਨਾਂ ਦੇ ਉੱਪਰ ਜਮਾਂ ਦਾ ਵੀ ਕੋਈ ਪ੍ਰਭਾਵ ਨਹੀਂ ਰਹਿੰਦਾ ਹੈ। ਉਹ ਜਮਾਂ ਦਾ ਵੀ ਠੇਂਗਾ ਤੇ ਜਮਾਂ ਦੀ ਵੀ ਮਾਰ ਸਹਾਰਨ ਦੇ ਯੋਗ ਬਣ ਜਾਂਦੇ ਹਨ। ਕਬੀਰ ਬੈਦ ਕਹਿ ਹਉ ਹੀ ਭਲਾ, ਦਾਰੂ ਮੇਰੇ ਵਸ। ਅੱਗੇ ਕਬੀਰ ਸਾਹਿਬ ਕਹਿੰਦੇ ਕਿ ਸੰਸਾਰ ਅੰਦਰ ਹਰ ਇੱਕ ਮਨੁੱਖ ਨੂੰ ਆਪਣੀ ਆਪਣੀ ਤਾਕਤ ਦਾ ਮਾਣ ਹੈ, ਹੰਕਾਰ ਹੈ। ਕੋਈ ਵੀ ਕਿਸੇ ਪੱਖ ਤੋਂ ਕਿਸੇ ਕੋਲ ਕੋਈ ਤਾਕਤ ਹੈ, ਉਹ ਉਹਦਾ ਮਾਣ ਕਰਦਾ ਹੈ। ਇਸੇ ਤਰ੍ਹਾਂ ਇੱਕ ਵੈਦ ਹੈ, ਔਰ ਉਹਨੂੰ ਆਪਣੀ ਵੈਦਗੀ ਦੇ ਉੱਪਰ ਮਾਣ ਹੈ ਕਿ ਮੈਂ ਬਹੁਤ ਉੱਚ ਕੋਟੀ ਦਾ ਵੈਦ ਹਾਂ, ਹਕੀਮ ਹਾਂ। ਦਾਰੂ ਮੇਰਾ ਵਸ, ਤੇ ਦਾਰੂ ਮੇਰੇ ਹੱਥ ਦੇ ਵਿੱਚ ਹੈ। ਬੰਦਾ ਬਿਮਾਰ ਆਉਂਦਾ ਹੈ, ਮੈਂ ਦਵਾ ਦਾਰੂ ਦਿੰਦਾ ਹਾਂ ਤੇ ਉਹ ਤੰਦਰੁਸਤ ਹੋ ਜਾਂਦਾ ਹੈ। ਬੜੇ ਵੈਦ ਐਸੇ ਹਨ ਜਿਹੜੇ ਬੜੇ ਦਾਅਵੇ ਕਰਦੇ ਹਨ, ਜੀ ਹਰ ਤਰ੍ਹਾਂ ਦੀ ਬਿਮਾਰੀ ਦਾ ਪੱਕਾ ਇਲਾਜ ਸਾਡੇ ਕੋਲ ਹੈ। ਰੋਜ਼ ਅਖਬਾਰਾਂ ਭਰੀਆਂ ਹੁੰਦੀਆਂ ਨੇ, TV 'ਤੇ ਵੇਖ ਲਓ ਕਿੰਨੀਆਂ ਐਡ ਆਉਂਦੀਆਂ ਨੇ ਜੀ, ਅਸੀਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੇ। ਜੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਸਾਡੇ ਕੋਲ ਆਵੋ, ਅਸੀਂ ਠੀਕ ਕਰਕੇ ਭੇਜਾਂਗੇ। ਇੱਦਾਂ ਹਰ ਕੋਈ ਮਹਾਰਾਜ ਕਹਿੰਦੇ ਵੈਦ ਹਕੀਮ ਆਦਿਕ ਆਪਣੀ ਆਪਣੀ ਥਾਵੇਂ ਦਾਅਵੇ ਕਰਦੇ ਹਨ ਕਿ ਅਸੀਂ ਬੰਦੇ ਨੂੰ ਤੰਦਰੁਸਤ ਕਰ ਸਕਦੇ ਹਾਂ, ਸਾਡੇ ਕੋਲ ਦਵਾ ਦਾਰੂ ਮੌਜੂਦ ਹੈ। ਪਰ ਮਹਾਰਾਜ ਕਹਿੰਦੇ ਸੱਚ ਇਹ ਹੈ ਕਿ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੇ ਖਸ। ਭਾਵੇਂ ਸਰੀਰ ਹੈ, ਭਾਵੇਂ ਅੰਦਰ ਵਰਤਦੀ ਆਤਮਾ ਹੈ, ਜਾਂ ਸਰੀਰ ਦੀ ਤੰਦਰੁਸਤੀ ਵੀ ਹੈ, ਮਹਾਰਾਜ ਕਹਿੰਦੇ ਇਹ ਵਾਹਿਗੁਰੂ ਦੇ ਹੱਥ ਦੀ ਖੇਡ ਹੈ। ਜਿੱਡੇ ਮਰਜ਼ੀ ਉੱਚ ਕੋਟੀ ਦੇ ਵੈਦ ਦੇ ਕੋਲ ਬੰਦਾ ਪਹੁੰਚ ਜਾਵੇ, ਜਦੋਂ ਰੱਬ ਦੇ ਘਰ ਤੋਂ ਹੁਕਮ ਆ ਗਿਆ,
ਉਦਣ ਕੋਈ ਵੈਦ ਨਹੀਂ ਜੇ ਬਚਾ ਸਕਦਾ। ਜਿਸ ਕੀ ਪੁੱਜੈ ਔਧ ਤਿਸੈ ਕੌਣ ਰੱਖ, ਉਹਨੂੰ ਕੋਈ ਰੱਖ ਬਚਾ ਨਹੀਂ ਸਕਦਾ ਹੈ। ਜਿਹਦੇ ਲਈ ਰੱਬ ਦੇ ਘਰ ਤੋਂ ਹੁਕਮ ਜਾਰੀ ਹੋ ਗਿਆ, ਫਿਰ ਤੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਪਨ। ਹੁਣ ਸਿਕੰਦਰ ਬਾਦਸ਼ਾਹ, ਉਹਦੇ ਕੋਲ ਵੈਦਾਂ ਹਕੀਮਾਂ ਦਾ ਕੋਈ ਘਾਟਾ ਥੋੜਾ ਸੀ। 33-34 ਵਰ੍ਹਿਆਂ ਦੀ ਚੜ੍ਹਦੀ ਜਵਾਨੀ ਦੀ ਉਮਰ ਸੀ, ਸੰਸਾਰ ਤੋਂ ਤੁਰ ਗਿਆ, ਦੁਨੀਆ ਨੂੰ ਜਿੱਤਣ ਵਾਲਾ। ਜੇ ਵੈਦ ਹਕੀਮ ਬੰਦੇ ਨੂੰ ਬਚਾ ਸਕਦੇ ਹੁੰਦੇ ਤੇ ਫਿਰ ਕੋਈ ਮਰਨਾ ਨਹੀਂ ਸੀ। ਵੱਡੇ ਵੱਡੇ ਅਮੀਰਾਂ ਦੇ ਕੋਲ ਹਰ ਤਰ੍ਹਾਂ ਦੇ ਸਾਧਨ ਧਨ ਪਦਾਰਥ ਮੌਜੂਦ, ਉਹਨਾਂ ਨੇ ਥੋੜ੍ਹਾ ਮਰਨਾ ਸੀ, ਪਰ ਮਰਨਾ ਪੈਂਦਾ ਹੈ। ਇੱਥੇ ਹਰਨਾਕਸ਼ ਵਰਗਿਆਂ ਨੇ ਬੜਾ ਯਤਨ ਕੀਤਾ ਕਿ ਤਪੱਸਿਆ ਦਾ ਇਹ ਫਲ ਸਾਨੂੰ ਪ੍ਰਾਪਤ ਹੋ ਜਾਵੇ ਕਿ ਸਾਡੀ ਕਦੇ ਮੌਤ ਨਾ ਆਵੇ। ਹੁਣ ਇੱਦਾਂ ਦੇ ਲੋਕ ਜਿਹੜੇ ਹੁੰਦੇ ਹਨ, ਉਹ ਦੂਜਿਆਂ ਨੂੰ ਤੇ ਮਾਰਨਾ ਚਾਹੁੰਦੇ ਹਨ, ਆਪ ਮਰਨਾ ਨਹੀਂ ਚਾਹੁੰਦੇ ਹਨ। ਭਾਵੇਂ ਰਾਵਣ ਹੈ, ਔਰੰਗਜ਼ੇਬ ਹੈ, ਇਹ ਅੱਤ ਦੀ ਦੁਸ਼ਟ ਬਿਰਤੀ ਵਾਲੇ, ਜ਼ਾਲਮੀ ਬਿਰਤੀ ਵਾਲੇ ਦੂਜਿਆਂ ਨੂੰ ਮਾਰਨਾ ਚਾਹੁੰਦੇ ਹਨ। ਔਰ ਔਰੰਗਜ਼ੇਬ ਨੇ ਕੀ ਕੁਝ ਨਹੀਂ ਕੀਤਾ ਦੂਜਿਆਂ ਨੂੰ ਮਾਰਨ ਦੇ ਲਈ। ਆਪਣੇ ਭਰਾ ਦਾਰਾ ਸ਼ਿਕੋ ਨੂੰ ਮਾਰਨ ਦੇ ਲਈ ਉਹਨੇ ਸ਼ੇਰ ਦੀ ਮੁੱਛ ਦਾ ਵਾਲ ਉਹਦੇ ਖਾਣੇ ਦੇ ਵਿੱਚ ਪਵਾ ਕੇ ਉਹਨੂੰ ਖਵਾ ਦਿੱਤਾ ਸੀ, ਜਿਹੜਾ ਸਰੀਰ ਦੇ ਅੰਦਰ ਜਾਂਦਾ ਹੈ ਤੇ ਗਲਦਾ ਨਹੀਂ ਹੈ। ਉਹਦੇ ਨਾਲ ਮੈਦਾ ਖਰਾਬ ਹੋ ਜਾਂਦਾ ਹੈ, ਨਾ ਕੁਝ ਪਚਦਾ ਹੈ ਤੇ ਦਿਨੋਂ ਦਿਨ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਇਹੀ ਕੁਝ ਦਾਰਾ ਸ਼ਿਕੋ ਦੇ ਨਾਲ ਹੋਇਆ। ਉਹ ਤੇ ਗੁਰੂ ਮਹਾਰਾਜ ਧੰਨ ਗੁਰੂ ਹਰ ਰਾਏ ਸਾਹਿਬ ਦੇ ਦਵਾਖਾਨੇ ਤੋਂ ਵਸਤੂਆਂ ਮਿਲੀਆਂ ਤੇ ਉਹਨੂੰ ਤੰਦਰੁਸਤੀ ਦੀ ਦਾਤ ਪ੍ਰਾਪਤ ਹੋ ਗਈ। ਬਾਅਦ 'ਚ ਭਾਵੇਂ ਫਿਰ ਔਰੰਗਜ਼ੇਬ ਨੇ ਦੂਜਿਆਂ ਤਰੀਕਿਆਂ ਦੇ ਨਾਲ ਮਾਰ ਦਿੱਤਾ। ਹੁਣ ਕਹਿਣ ਦਾ ਭਾਵ ਕਿ ਇੱਦਾਂ ਦੇ ਜਿਹੜੇ ਜ਼ਾਲਮ ਲੋਕ ਹੁੰਦੇ ਹਨ, ਉਹ ਦੂਜਿਆਂ ਨੂੰ ਮਾਰਨਾ ਚਾਹੁੰਦੇ ਹਨ ਪਰ ਆਪ ਮਰਨ ਤੋਂ ਬੜਾ ਡਰਦੇ ਹਨ। ਜਦੋਂ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖ ਕੇ ਭੇਜਿਆ, ਔਰੰਗਜ਼ੇਬ ਨੇ ਜ਼ਫਰਨਾਮਾ ਪੜ੍ਹਿਆ ਤੇ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੀ ਰੂਹ ਕੰਬ ਉੱਠੀ। ਜ਼ਿੰਦਗੀ ਭਰ ਦੇ ਪਾਪ ਅੱਖਾਂ ਦੇ ਸਾਹਮਣੇ ਆ ਗਏ। ਹੁਣ ਇੱਦਾਂ ਲੱਗਦਾ ਸੀ ਮੌਤ ਤਾਂ ਮੇਰੇ ਸਾਹਮਣੇ ਖਲੋਤੀ ਹੈ ਤੇ ਮੇਰੇ ਨਾਲ ਹੋਵੇਗਾ ਬਹੁਤ ਮਾੜਾ। ਹੁਣ ਜਦੋਂ ਆਪਣੀ ਮੌਤ ਸਾਹਮਣੇ ਦਿਸੀ ਹੈ ਤੇ ਫਿਰ ਰੂਹ ਕੰਬ ਉੱਠੀ ਹੈ। ਜਹਾਂਗੀਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਹਨੇ ਸ਼ਹੀਦ ਕਰਵਾਇਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕੀਤਾ। ਆਪ 2-4 ਦਿਨ ਉਹਨੂੰ ਡਰਾਉਣੇ ਸੁਪਨੇ ਆਏ ਤੇ ਰੂਹ ਕੰਬ ਉੱਠੀ। ਡਰਾਉਣੇ ਸੁਪਨਿਆਂ ਦੇ ਡਰ ਕਰਕੇ ਹੀ ਉਹ ਡਰ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਔਰੰਗਜ਼ੇਬ ਨੇ ਸ਼ਹੀਦ ਕਰਵਾ ਦਿੱਤਾ, ਉਦੋਂ ਬਾਅਦ ਇੱਕ ਗੁਰੂ ਕਾ ਸਿੱਖ ਸੀ ਜਿਹਨੇ ਔਰੰਗਜ਼ੇਬ ਜਦੋਂ ਇਬਾਦਤ ਕਰ ਰਿਹਾ ਸੀ, ਨਮਾਜ਼ ਆਦਿਕ ਅਦਾ ਕਰਕੇ ਉਹ ਬਾਹਰ ਨਿਕਲਿਆ ਸੀ, ਉਹਨੇ ਔਰੰਗਜ਼ੇਬ ਦੇ ਉੱਤੇ ਹਮਲਾ ਕਰ ਦਿੱਤਾ। ਤੇ ਭਾਵੇਂ ਔਰੰਗਜ਼ੇਬ ਦੇ ਜਿੰਨੇ ਬਾਡੀਗਾਰਡ ਸਨ ਉਹਨਾਂ ਨੇ ਬਚਾ ਲਿਆ ਔਰੰਗਜ਼ੇਬ ਨੂੰ, ਪਰ ਡਰ ਗਿਆ। ਇਦੋਂ ਬਾਅਦ 1-2 ਘਟਨਾਵਾਂ ਹੋਰ ਵਰਤੀਆਂ ਇੱਦਾਂ ਦੀਆਂ, ਕਿਉਂਕਿ ਸਿੱਖਾਂ ਦੇ ਮਨ ਅੰਦਰ ਬੜਾ ਰੋਸ ਸੀ, ਬੜਾ ਰੋਹ ਸੀ ਉਹਦੇ ਜ਼ੁਲਮ ਕਰਕੇ। ਉਦੋਂ ਬਾਅਦ ਔਰੰਗਜ਼ੇਬ ਦਿੱਲੀ ਛੱਡ ਕੇ ਚਲਾ ਗਿਆ। ਫਿਰ ਪਰਤ ਕੇ ਉਹਦੀ ਦਿੱਲੀ ਆਉਣ ਦੀ ਹਿੰਮਤ ਨਹੀਂ ਸੀ ਪਈ ਕਿ ਜੇ ਦਿੱਲੀ ਰਵਾਂਗਾ ਕਿਧਰੇ ਗੁਰੂ ਦੇ ਸਿੱਖ ਮੁਕਾ ਨਾ ਦੇਣ। ਦੂਜਿਆਂ ਨੂੰ ਮਾਰਨਾ ਬੜਾ ਸੌਖਾ, ਪਰ ਜਦੋਂ ਆਪਣੇ ਤੇ ਆਉਂਦੀ ਹੈ ਤੇ ਫਿਰ ਸਹਾਰਨਾ ਬੜਾ ਔਖਾ ਹੈ। ਸੋ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਇਹ ਤੇ ਉਸ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਜੇ ਕੋਈ ਵੈਦ ਹਕੀਮ ਇਹ ਦਾਵਾ ਕਰਕੇ ਕਵੇ ਜੀ ਮੇਰੇ ਕੋਲ ਦਵਾਈ ਹੈ, ਮੈਂ ਤੇ ਮੁਰਦੇ 'ਚ ਜਾਨ ਪਾ ਦੇਵਾਂਗਾ, ਤੇ ਗੁਰੂ ਕਹਿੰਦੇ ਭੋਲਿਆ ਇੱਦਾਂ ਦੇ ਦਾਅਵੇ ਨਾ ਕਰ, ਇੱਦਾਂ ਦੇ ਦਾਅਵੇ ਨਾ ਕਰ। ਇਹ ਤੋਂ ਬਸਤ ਗੋਪਾਲ ਕੀ, ਇਹ ਤੇ ਵਾਹਿਗੁਰੂ ਦੇ ਹੱਥ ਦੀ ਖੇਡ ਹੈ। ਮਾਰੇ ਰਾਖੈ ਏਕੋ ਸੋਏ, ਕਿਹਨੂੰ ਬਚਾਉਣਾ ਕਿਹਨੂੰ ਮਾਰਨਾ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਗੁਰੂ ਨਾਨਕ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਕਿਸੇ ਦਾ ਇਹਦੇ ਤੇ ਜ਼ੋਰ ਨਹੀਂ ਹੈ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਨੌਬਤ ਆਪਣੀ ਦਿਨ 10 ਲਿਹੋ ਬਜਾਏ। ਕਬੀਰ ਸਾਹਿਬ ਨੇ ਵੇਖਿਆ ਹੰਕਾਰੀ ਲੋਕ ਬੜੇ ਵੱਡੇ ਵੱਡੇ ਹੰਕਾਰ ਦੇ ਦਾਅਵੇ ਕਰਦੇ ਨੇ ਤੇ ਆਪਣੇ ਤਾਣ ਦਾ ਮਾਣ ਮਨ 'ਚ ਰੱਖ ਕੇ ਉਹ ਦੂਜਿਆਂ ਦੇ ਨਾਲ ਕਈ ਪ੍ਰਕਾਰ ਦੀਆਂ ਵਧੀਕੀਆਂ ਕਰਦੇ, ਧੱਕੇਸ਼ਾਹੀਆਂ ਕਰਦੇ ਹਨ।
ਜਦੋਂ ਤਾਕਤ ਹੈ ਹੱਥ 'ਚ। ਅੱਜ ਦੇ ਸਮੇਂ 'ਚ ਹੀ ਆਪਾਂ ਵੇਖਦੇ ਪਏ ਹਾਂ ਕਿ ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਹੈ, ਸੱਤਾ ਹੈ, ਉਹ ਹੁਣ ਸੱਤਾ ਦੇ ਨਸ਼ੇ ਦੇ ਵਿੱਚ ਕਿੰਨੇ ਅੰਨੇ ਹੋ ਚੁੱਕੇ ਹਨ। ਹੋਰ ਕਈ ਤਰ੍ਹਾਂ ਦੇ ਲੋਭ ਦੇ ਸਵਾਰਥ ਉਹਨਾਂ ਦੇ ਨਿੱਜੀ ਆਪਣੇ ਮਨਾਂ 'ਚ ਬੈਠੇ ਹੋਏ ਹਨ, ਅਤੇ ਗਰੀਬ ਲੋਕ ਵਿਚਾਰੇ ਸੜਕਾਂ 'ਤੇ ਦੁਹਾਈ ਦਿੰਦੇ ਪਏ ਹਨ ਕਿ ਕਿਉਂ ਸਾਨੂੰ ਤੇ ਸਾਡੀ ਜ਼ਿਮੀਂਦਾਰੀ ਨੂੰ, ਕਿਰਸਾਨੀ ਨੂੰ ਤਬਾਹ ਕਰਨ 'ਤੇ ਉਤਰੇ ਹੋਏ ਹੋ। ਪਰ ਉਹ ਹੰਕਾਰੀ ਲੋਕਾਂ ਦੇ ਕੰਨਾਂ 'ਚ ਜੂੰ ਤੱਕ ਨਹੀਂ ਸਿਰਕਦੀ ਪਈ, ਉਹ ਨਹੀਂ ਸੁਣਦੇ ਪਏ ਹਨ। ਗਰੀਬ ਦੁਹਾਈ ਦਿੰਦੇ ਪਏ, ਘਰੋਂ ਬੇਕਾਰ ਹੋਏ ਪਏ ਹਨ। ਇੱਕ ਪਾਸੇ ਭਿਆਨਕ ਬਿਮਾਰੀ ਫੈਲੀ ਹੋਈ ਹੈ, ਦੂਜੇ ਪਾਸੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ, ਆਪਣੀਆਂ ਜਾਇਦਾਦਾਂ ਬਚਾਉਣ ਦੀ ਫਿਕਰ ਲੱਗੀ ਹੈ। ਪਰ ਹੰਕਾਰੀ ਹਾਕਮਾਂ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ। ਅਤੇ ਕਬੀਰ ਸਾਹਿਬ ਫਿਰ ਇੱਦਾਂ ਦੇ ਜਿਹੜੇ ਹੰਕਾਰੀ ਹਾਕਮ ਨੇ ਨਾ, ਚਾਹੇ ਉਹਨਾਂ ਦੇ ਮਨ 'ਚ ਆਪਣੀ ਤਾਕਤ ਦਾ ਹੰਕਾਰ ਹੈ, ਚਾਹੇ ਉਹਨਾਂ ਦੇ ਅੰਦਰ ਦੇ ਕੋਈ ਹੋਰ ਲੁਕਵੇਂ ਹੋਏ ਸਵਾਰਥ ਹਨ, ਜਿਨ੍ਹਾਂ ਕਾਰਨਾਂ ਕਰਕੇ ਉਹ ਇਹ ਕੁਝ ਕਰਦੇ ਪਏ ਨੇ, ਇੱਦਾਂ ਦੇ ਹੰਕਾਰੀਆਂ ਨੂੰ ਕਬੀਰ ਸਾਹਿਬ ਕਹਿੰਦੇ, ਕਬੀਰ ਨੌਬਤ ਆਪਣੀ ਦਿਨ 10 ਲਿਹੋ ਬਜਾਏ। ਕਬੀਰ ਸਾਹਿਬ ਕਹਿੰਦੇ ਤੁਸੀਂ ਆਪਣੀਆਂ ਮਨ ਮਰਜ਼ੀਆਂ ਜਿੰਨੀਆਂ ਕਰਨੀਆਂ ਨੇ ਕਰ ਲਵੋ, ਆ ਜਿਹੜੇ 10 ਦਿਨ ਤੁਹਾਡੇ ਕੋਲ ਨੇ, ਪਰ ਚੇਤੇ ਰੱਖਿਓ ਨਦੀ ਨਾਵ ਸੰਜੋਗ ਜਿਉਂ ਬੌਰ ਨਾ ਮਿਲ ਹੈ ਆਏ। ਇਹ ਨਦੀ ਨਾਵ ਸੰਜੋਗ ਵਾਲੀ ਖੇਡ ਹੈ, ਦੁਬਾਰਾ ਮਿਲਣ ਵਾਲੀ ਨਹੀਂ ਹੈ। ਇਹ ਜੇ ਤਾਕਤ ਮਿਲੀ ਹੈ, ਇਸ ਤਾਕਤ ਨੂੰ ਚੰਗੇ ਪਾਸੇ ਵਰਤੋ। ਹੁਣ ਰਾਜ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੀਤਾ। ਉਹ ਦੂਜਿਆਂ ਦੀਆਂ ਜ਼ਮੀਨਾਂ ਨੂੰ ਖੋ ਨਹੀਂ ਸੀ ਰਹੇ, ਉਹ ਦੂਜਿਆਂ ਦਾ ਹੱਕ ਮਾਰ ਨਹੀਂ ਸੀ ਰਹੇ, ਬਲਕਿ ਇੱਕ ਸਮਾਂ ਐਸਾ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਾਲ ਪੈ ਗਿਆ। ਲੋਕ ਭੁੱਖ ਕਰਕੇ ਬੇਹਾਲ ਹੋ ਗਏ, ਅਤੇ ਕਿਉਂਕਿ ਰਾਜੇ ਮਹਾਰਾਜੇ ਹਕੂਮਤਾਂ ਆਪਣੇ ਕੋਲ ਰਾਸ਼ਨ ਪਾਣੀ ਰਿਜ਼ਰਵ ਰੱਖਦੀਆਂ ਹਨ ਕਿ ਜਦੋਂ ਕੋਈ ਮੁਸੀਬਤ ਆਵੇ ਤਾਂ ਉਦੋਂ ਦਰਵਾਜ਼ੇ ਖੋਲ੍ਹ ਦੇਵੋ। ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਇੱਦਾਂ ਪ੍ਰਜਾ ਬੇਹਾਲ ਹੈ, ਮੀਂਹ ਨਾ ਪੈਣ ਕਰਕੇ ਫਸਲ ਨਹੀਂ ਹੋਈ ਹੈ, ਲੋਕ ਭੁੱਖ ਕਰਕੇ ਮਰ ਰਹੇ। ਉਹਨਾਂ ਨੇ ਆਪਣੇ ਖਜ਼ਾਨਿਆਂ ਦੇ ਬੂਹੇ ਖੋਲ੍ਹ ਦਿੱਤੇ ਕਿ ਜਿਹੜਾ ਆਉਂਦਾ ਹੈ, ਜਿੰਨਾ ਚੁੱਕ ਸਕਦਾ ਹੈ ਉਹਨੂੰ ਭਰ ਕੇ ਦੇ ਦੇਵੋ, ਕਿਸੇ ਕੋਲੋਂ ਕੁਝ ਲੈਣ ਦੀ ਲੋੜ ਨਹੀਂ ਹੈ। ਬਜ਼ੁਰਗ ਆਪਣੇ ਬੱਚੇ ਦੇ ਨਾਲ ਆਇਆ, ਕਾਫੀ ਦਾਣੇ ਬੋਰੀ ਦੇ ਵਿੱਚ ਭਰਾ ਲਏ, ਪਰ ਹੁਣ ਚੁੱਕਿਆ ਨਹੀਂ ਸੀ ਜਾ ਰਿਹਾ। ਉਹ ਭਰਿਆ ਹੋਇਆ ਬੋਰਾ ਘਰ ਕਿੱਦਾਂ ਖੜਦਾ। ਅਤੇ ਮਹਾਰਾਜਾ ਰਣਜੀਤ ਸਿੰਘ ਅਕਸਰ ਭੇਸ ਬਦਲ ਕੇ ਅਤੇ ਨਾਲ ਦੀ ਨਾਲ ਜਾਇਜ਼ਾ ਵੀ ਲੈਂਦੇ ਰਹਿੰਦੇ ਸਨ ਕਿ ਕੰਮ ਕਾਰ ਕਿੱਦਾਂ ਚੱਲ ਰਹੇ ਨੇ। ਉਹਨਾਂ ਨੇ ਵੇਖਿਆ ਕਿ ਬਜ਼ੁਰਗ ਨੇ ਭੁੱਖ ਕਰਕੇ ਔਰ ਪਰਿਵਾਰ ਦੀਆਂ ਮਜਬੂਰੀਆਂ ਕਰਕੇ ਦਾਣਿਆਂ ਦੀ ਬੋਰੀ ਤੇ ਭਰਾ ਲਈ ਹੈ, ਪਰ ਹੁਣ ਚੁੱਕ ਕੇ ਘਰ ਖੜਨ ਦੀ ਸਮਰੱਥਾ ਨਹੀਂ ਹੈ। ਅਤੇ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਬੋਰੀ ਆਪ ਆਪਣੇ ਮੋਢੇ 'ਤੇ ਚੁੱਕ ਕੇ ਅਤੇ ਉਸ ਗਰੀਬ ਜ਼ਿਮੀਂਦਾਰ ਦੇ ਘਰ ਤੱਕ ਪਹੁੰਚਾਈ ਜਿਹਨੂੰ ਦਾਣਿਆਂ ਦੀ ਲੋੜ ਸੀ। ਇੱਕ ਪਾਸੇ ਉਹ ਰਾਜੇ ਜਿਹੜੇ ਭੁੱਖਿਆਂ ਦੇ ਘਰ ਤੱਕ ਅਨਾਜ ਪਹੁੰਚਾਉਂਦੇ ਪਏ ਹਨ, ਅਤੇ ਦੂਜੇ ਪਾਸੇ ਅੱਜ ਦੀਆਂ ਹਕੂਮਤਾਂ ਜਿਹੜੇ ਖਾਂਦਿਆਂ ਦੇ ਮੂੰਹ ਦੇ ਵਿੱਚੋਂ ਵੀ ਖੋਹਦੇ ਪਏ ਨੇ ਕਿ ਜੋ ਬੁਰਕੀਆਂ 4 ਤੁਹਾਡੇ ਕੋਲ ਹਨ, ਇਹ ਵੀ ਕਿਉਂ ਤੁਹਾਡੇ ਕੋਲ ਨੇ, ਇਹ ਵੀ ਅਸੀਂ ਖੋਹ ਲਈਏ, ਸਾਡੇ ਕਬਜ਼ੇ 'ਚ ਆ ਜਾਣ। ਅਤੇ ਕਬੀਰ ਸਾਹਿਬ ਕਹਿੰਦੇ ਚੇਤੇ ਰੱਖਣਾ, ਇਹ ਨਦੀ ਨਾਵ ਸੰਜੋਗ ਹੈ, 4 ਦਿਨਾਂ ਦੀ ਖੇਡ। ਅੱਜ ਦੂਜਿਆਂ 'ਤੇ ਤੂੰ ਕਰ ਰਿਹਾ ਹੈ, ਕੱਲ੍ਹ ਤੇਰੇ 'ਤੇ ਇਹ ਕੁਝ ਹੋ ਸਕਦਾ ਹੈ। ਅਤੇ ਚਲਿਆ ਜਾਵੇਂਗਾ ਅਤੇ ਪਿੱਛੇ ਲਾਹਣਤਾਂ ਹੀ ਲਾਹਣਤਾਂ ਪੈਣੀਆਂ, ਕਿਉਂਕਿ ਤੇਰੇ ਕਰਮ ਨੇ, ਜੋ ਤੂੰ ਬੀਜੇਂਗਾ ਉਹ ਤੂੰ ਖਾਵੇਂਗਾ, ਜੋ ਕਮਾਵੇਂਗਾ ਉੱਦਾਂ ਹੀ ਤੇਰਾ ਨਾਮਣਾ ਸੰਸਾਰ 'ਚ ਬਣਨਾ ਹੈ। ਨਦੀ ਨਾਵ ਸੰਜੋਗ ਜਿਉਂ ਬੌਰ ਨਾ ਮਿਲ ਹੈ ਆਏ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਸਾਤ ਸਮੁੰਦੈ ਮਸ ਕਰੂੰ ਕਲਮ ਕਰੂੰ ਬਨ ਰਾਏ। ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਦੀ ਗੱਲ ਇਸ ਸਲੋਕ 'ਚ ਕੀਤੀ ਗਈ ਹੈ। ਬਾਣੀ 'ਚ ਵੀ ਮਹਾਰਾਜ ਕਹਿੰਦੇ ਉਹ ਬੇਅੰਤ ਹੈ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਭਾਓ। ਮਸੂ ਤੋਟ ਨਾ ਆਵਈ ਲੇਖਣ ਪਾਉਣ ਚਲਾਓ। ਪੀ ਤੇਰੀ ਕੀਮਤ ਨਾ ਪਵੈ ਹੋ ਕਿਵੜ ਆਖਾਂ ਨਾ। ਮਹਾਰਾਜ ਕਹਿੰਦੇ ਭਾਵੇਂ ਸਾਡੇ ਕੋਲ ਲੱਖਾਂ ਮਣ ਕਾਗਜ਼ ਪਹੁੰਚ ਜਾਏ ਅਤੇ ਅਸੀਂ ਹਵਾ ਦੀ ਰਫਤਾਰ ਦੇ ਨਾਲ ਲਿਖਣਾ ਸ਼ੁਰੂ ਕਰ ਦਈਏ ਤੁਹਾਡੀਆਂ ਵਡਿਆਈਆਂ ਨੂੰ ਮੇਰੇ ਦਾਤਾ ਜੀ, ਪਰ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾਉ। ਫਿਰ ਵੀ ਤੁਹਾਡੀਆਂ ਵਡਿਆਈਆਂ ਦਾ ਅੰਤ ਨਹੀਂ ਪੈ ਸਕਦਾ। ਸਾਰੀਆਂ ਵਡਿਆਈਆਂ
नहीं लिखियां जा सकदियां। इत्थे कबीर जी कहंदे जे 7 समुंदरां दे पानी दी स्याही बना लई जाए, जिन्ना 7 समुंदरां च पानी है सारे दे सारे पानी दी बना लवो स्याही, कलम करूं बन राए, ते जिन्नी बनस्पति है, क्योंकि पुराने समियां च लकड़ दियां कलमां घड़ के लिखिया जांदा सी, स्याही च टोभा लाउणा, कलम दे नाल लिखना, फिर टोभा लाउणा लिखना। कुल धरती ते जिन्नी बनस्पति लकड़ी है, कबीर जी कहंदे सारी लकड़ी दियां कलमां घड़ लईयां जाण, ते समुंदर दे पानी दी स्याही बना लई जाए, और बसदा कागज जो करूं हर जस लिखण ना जाए, ते सारी दी सारी धरती नूं कागज बना लिया जाए, ते लगातार लिखी जाइए, फिर भी रब दियां सारियां वडियाइयां नूं लिखिया नहीं जा सकदा। वो इन्ना बेअंत है, इन्ना बेअंत, उहदा कोई अंत नहीं है। महाराज कहंदे जे अंत होवे ते अंत लिखिए, असल दे विच उहदा अंत है ही कोई नहीं है। ये अंत ना जाने कोई, बहुता कहीए बहुता होए। जिन्ना अगे तो अगे जावांगे उन्ना ओ वड्डे तो वड्डा प्रतीत होवेगा। राजन मैं तू राजा कहीए, भूमन मैं तू भूमा, ठाकुर मैं ठुकराई तेरी कोमन सिर कोमा, पिता मेरो बड़ो धनी अगमा, उस्तत कौन करीजै करतै पेख रहे हो बिस्मा। महाराज कहंदे ओदी सारी वडियाई कौन कर सकता है। जेबा एक कवन गुण कहीए, एक साडे कोल जुबान है, किन्ने क गुण इहदे नाल कह लवांगे। बेशुमार बेअंत स्वामी तेरो अंत ना किन्ही लईए। ते जपजी साहिब च ते गुरु साहिब कहंदे एक दूजी वो लख होए, लख होवै लख 20, लख लख गेड़ा आखीए, एक नाम जगदीश ए तरा पत पवड़ियाँ चढ़िया होए अकीस, सुन गल्लां आकाश की कीटां आई रीस। एक जुबान तो लख, लख तो 20 लाख भी जुबाना होण ते फिर भी रब दियां वडियाइयां नहीं कह सकते, ते एक दे नाल कित्थों कह लवांगे। सो वो बेअंत है। कबीर जात जुलाहा क्या करै, हिरदै बसै गोपाल। हुण अक्सर की हुंदा सी, कई बार बाणी च गुरु महाराज ने यह समझाया है, जो उस वक्त जात पात का बड़ा प्रबल जोर सी, ते ये कहा गया कि नीवी जात वाला रब की भगती नहीं कर सकता। असल च उन्होंने नीवा कह के उहदे अंदर इन्नी हीण भावना भर दी जाती सी कि वह रब की भगती वाले रस्ते ते तुरन की हिम्मत ही नहीं सी करदा। पर कबीर साहब कहते तुसी कही जाओ जिन्ना मर्जी, भावें जुलाहा कवो, भावें नीवी जात का कवो, शूदर कवो, कोई फर्क नहीं पैंदा है। जात जुलाहा मत का धीर, सहज सहज गुण रमै कबीर। वो वेखो जेड़े दूजे लोग जेड़ी कबीर साहब की घाट उन्होंने दरसा के नीवापन उन्होंने मन अंदर भरना चाहते सन, उस चीज़ को कबीर साहब ने हस के बर्दाश्त कर लिया। भाई हाँ मैं कबूल करदा, मैं नीवा हाँ। की कर लवेगा वड्डा हंकारी, जदों सामने वाला ये कबूल ही कर लवे हाँ मैं नीवा हाँ। असल दे विच वो नीवा कबूल कर लेना भी वो बहुत वड्डा हो जाना है। जिन्होंने गुरु कहंदे आपस को जो जाने नीचा, सो गणिया सब ते ऊंचा। कबीर साहब कहंदे कबीर जात जुलाहा क्या करै, हिरदै बसै गोपाल। कई जावो कबीर नीवा नीवी जात वाला है, कहंदे ये मेरे रस्ते च हुण की रुकावट पावेगी जात, जदों मेरे हिरदे दे विच परमात्मा वस रहा, करता पुरख वस रहा है। कबीर रमैया कंठ मेल चूकै सर्ब जंजाल। कहंदे जदों वो परमात्मा कंठ च हिरदे च वस जाता है, आ जात पात दी ते खेड ही की है। जिन्ने जीवन दे होर माया भी जाल ते जंजाल हन, वो भी जिंदगी दे रस्ते तो मुक जाते हैं, हट जाते हैं। जदों हिरदे च वाहिगुरू दा नाम, कंठ च वाहिगुरू दा नाम ते रसना च वाहिगुरू परमेश्वर दा नाम वसदा है। कबीर साहब वो नाम दे नाल जुड़े ते जुड़न सदका फिर कखां तो लखां दे बन गए, जिहदी गवाही गुरु महाराज बाणी च भी भरदे ने ते प्रतख साडे सामने भी है। तनना बुनना त्याग कै प्रीत चरण कबीरा, नीच कुला जुलाहरा भयो गुणी गहीरा। जिन्हों हंकारी लोग कहंदे सन नीवा है, वो असल दे विच इन्ना वड्डा इन्ना उच्चा हो गया
कि वो जेड़े हंकारी कबीर नूं नीवा नीवा कहंदे सन, अज उन्हां दा नामो निशान ही कोई नहीं है। पर कबीर साहब की जिहड़ी वडियाई है वो कुल जगत अंदर, कुल दुनिया के अंदर फैली। रोज़ आपां गुरु ग्रंथ साहिब जी नूं नमस्कार सिजदा करदे हां ते साडा सिर केवल गुरु साहिबानां दे अगे ही नहीं झुकदा है, भगत कबीर जी दे अगे भी झुकदा। रविदास नामदेव साहब वो भी गुरु ग्रंथ साहिब च हाज़र नाज़र बैठे, उन्हां दे अगे भी साडा सीस झुकदा है। ते क्यों झुकदा है? क्योंकि उन्होंने भगती करके अपने आप नूं इन्ना वड्डा, इन्ना उच्चा कर लिया कि अज सारे पासे उन्हां दा नामना, उन्हां दी वडियाई है। तो उन्हां दी बाणी अज साडे पास मौजूद है, जिस बाणी दे नाल जुड़ के असी भी अपने आप नूं उच्चा चुक सकते हाँ, वड्डा बना सकते हाँ। गुरु कृपा करे पावन बाणी साडे जीवन का आधार बने, गुरु कीआं खुशियां मिलन। इन्नियां बेनतियां प्रवान करनियां जी, भुल्लां चुकां दी खिमा करनी, फतेह दी सांझ पाओ। वाहिगुरु जी का खालसा, वाहिगुरु जी की फतेह।